बहुत ही सत्कारयोग हाजरीन, आओ सब तो पहला गुरुदेव पातशाह की बख्शिश पवित्र फतेह बुलंद करिए। सत्कार सहित आखना जी वाहिगुरू जी का खालसा वाहिगुरू जी की फतेह। जिस तरह के गुरु हरकृष्ण साहब महाराज के जीवन बिरतांत के नाल संबंधित व्याख्यानां की लड़ी दे विच पिछले व्याख्यान दे विच असी इत्थों तक जिक्र किया सी कि औरंगजेब के कहण दे उपर परसराम कीरतपुर साहब नूं श्री हरकृष्ण साहब वास्ते सुनेहा लैके तुर पिया कि बादशाह औरंगजेब उन्हां नूं मिलना चाहुंदा है। ਚੱਲਣ ਤੋਂ ਪਹਿਲਾਂ ਉਹ ਰਾਜਾ ਜੈ ਸਿੰਘ ਨੂੰ ਮਿਲਦਾ ਹੈ। ਇਸ ਵਿਖਿਆਨ ਦੇ ਵਿੱਚ ਅਸੀਂ ਤਕਰੀਬਨ ਆਪਣਾ ਮਨ ਇਸ ਗੱਲ ਦੇ ਉੱਪਰ ਕੇਂਦਰਿਤ ਰੱਖ ਕੇ ਇਸ ਗੱਲ ਨੂੰ ਘੋਖਣ ਦਾ ਯਤਨ ਕਰਾਂਗੇ ਕਿ ਰਾਜਾ ਜੈ ਸਿੰਘ ਦੋ ਹੋਏ ਨੇ। ਔਰ ਬਹੁਤ ਸਾਰੇ ਸਿੱਖ ਲੇਖਕਾਂ ਨੇ ਜਦੋਂ ਗੁਰਦੁਆਰਾ ਬੰਗਲਾ ਸਾਹਿਬ ਦੀ ਗੱਲ ਕੀਤੀ ਹੈ ਤੇ ਰਾਜਾ ਜੈ ਸਿੰਘ ਦਾ ਜ਼ਿਕਰ ਕਰਦਿਆਂ ਰਾਜਾ ਜੈ ਸਿੰਘ ਸਵਾਈ ਲਿਖ ਦਿੱਤਾ ਹੈ। बहुत ਵੱਡੇ ਵੱਡੇ ਇਤਿਹਾਸਕਾਰਾਂ ਨੇ ਵੀ ਇਸ ਗੱਲ ਦੇ ਉੱਪਰ ਟਪਲਾ ਖਾਧਾ ਹੈ। ਸੋ ਰਾਜਾ ਜੈ ਸਿੰਘ ਦੋ ਹੋਏ ਨੇ। ਜਿਹੜਾ ਰਾਜਾ ਜੈ ਸਿੰਘ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਸਮੇਂ ਹੈ ਤੇ ਜਿਸ ਦੇ ਘਰ ਦੇ ਵਿੱਚ ਗੁਰੂ ਸਾਹਿਬ ਕੁਝ ਸਮਾਂ ਨਿਵਾਸ ਕਰਦੇ ਨੇ ਉਹ ਮਿਰਜ਼ਾ ਜੈ ਸਿੰਘ ਹੈ। ਦੂਸਰਾ ਰਾਜਾ ਜਿਸ ਦਾ ਨਾਮ ਸਵਾਈ ਜੈ ਸਿੰਘ ਆਉਂਦਾ ਹੈ ਉਹ ਕਾਫੀ ਸਮਾਂ ਬਾਅਦ ਦੇ ਵਿੱਚ ਜਨਮ ਲੈਂਦਾ ਹੈ। ਭਾਵ ਕਿ ਜਿਹੜਾ ਉਸ ਦਾ ਜਨਮ ਹੈ ਉਹ ਤਕਰੀਬਨ 1679 ਈਸਵੀ ਮੰਨਿਆ ਜਾਂਦਾ ਹੈ। ਵੈਸੇ ਕੁਝ ਰਾਜਪੂਤਾਨੇ ਦੇ ਸਰੋਤਾਂ ਦੇ ਵਿੱਚ ਜਨਮ ਜਿਹੜਾ ਉਹ 1688 ਵੀ ਮਿਲਦਾ ਹੈ, ਪਰ ਇਹ ਗੱਲ ਜਿਹੜੀ ਉਹ ਦਰੁਸਤ ਨਹੀਂ ਲੱਗਦੀ ਕਿਉਂਕਿ ਬਾਦਸ਼ਾਹ ਔਰੰਗਜ਼ੇਬ 1699 ਦੇ ਵਿੱਚ ਤਕਰੀਬਨ 20 ਸਾਲ ਦੀ ਉਮਰ ਦੇ ਵਿੱਚ ਉਸ ਨੂੰ ਸਵਾਈ ਜੈ ਸਿੰਘ ਦਾ ਖਿਤਾਬ ਦੇ ਦਿੰਦਾ ਹੈ। ਸੋ ਸਵਾਈ ਜੈ ਸਿੰਘ ਉਸ ਨੂੰ ਦਿੱਤਾ ਹੋਇਆ ਖਿਤਾਬ ਹੈ। ਅਗਲੀ ਗੱਲ, ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ 1664 ਦੇ ਵਿੱਚ ਦਿੱਲੀ ਜਾਂਦੇ ਨੇ ਤੇ ਉਸ ਰਾਜੇ ਦਾ ਜਨਮ ਹੀ 1679 ਦੇ ਵਿੱਚ ਭਾਵ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਆਮਦ ਤੋਂ 15 ਸਾਲ ਬਾਅਦ ਜਨਮ ਹੁੰਦਾ ਹੈ। ਸੋ ਜਿਹੜੇ ਸਾਡੇ ਵੀਰ ਕਈ ਵਾਰੀ ਵਿਖਿਆਨਾਂ ਦੇ ਵਿੱਚ ਜਾਂ ਕਿਤਾਬਾਂ ਦੇ ਵਿੱਚ ਸਵਾਈ ਜੈ ਸਿੰਘ ਲਿਖ ਦਿੰਦੇ ਨੇ ਉਹ ਇਸ ਭੁਲੇਖੇ ਦਾ ਸ਼ਿਕਾਰ ਹੋ ਜਾਂਦੇ ਨੇ ਕਿ ਇੱਕੋ ਹੀ ਪਰਿਵਾਰ ਦੇ ਵਿੱਚੋਂ ਇੱਕੋ ਹੀ ਵੰਸ਼ ਪਰੰਪਰਾ ਦੇ ਵਿੱਚ ਇੱਕ ਹੀ ਰਾਜਪੂਤਾਨੇ ਦੀ ਅੰਬੇਰ ਰਿਆਸਤ ਦੇ ਨਾਲ ਸੰਬੰਧਿਤ ਦੋ ਰਾਜੇ ਜੈ ਸਿੰਘ ਹੋਏ ਨੇ। ਸੋ ਹੁਣ ਅਸੀਂ ਗੱਲ ਕਰਦੇ ਹਾਂ ਮਿਰਜ਼ਾ ਜੈ ਸਿੰਘ ਦੀ, ਜਿਸ ਦੇ ਘਰ ਦੇ ਵਿੱਚ ਗੁਰੂ ਸਾਹਿਬ ਨੇ ਨਿਵਾਸ ਕੀਤਾ ਔਰ ਜਿਸ ਦੇ ਘਰ ਦੇ ਵਿੱਚ ਅੱਜ ਗੁਰਦੁਆਰਾ ਬੰਗਲਾ ਸਾਹਿਬ ਸੁਸ਼ੋਭਿਤ ਹੈ। ਇਸ ਰਾਜੇ ਦੇ ਜੇਕਰ ਅਸੀਂ ਪਰਿਵਾਰਿਕ ਪਿਛੋਕੜ ਦੀ ਗੱਲ ਕਰਦੇ ਹਾਂ ਤਾਂ ਇਹਨਾਂ ਦੇ ਵਿੱਚ ਪਹਿਲਾ ਰਾਜਾ ਮਾਨ ਸਿੰਘ ਹੋਇਆ ਹੈ। ਮਾਨ ਸਿੰਘ ਤੋਂ ਬਾਅਦ ਪ੍ਰਤਾਪ ਸਿੰਘ, ਪ੍ਰਤਾਪ ਸਿੰਘ ਤੋਂ ਬਾਅਦ ਮਹਾਂ ਸਿੰਘ ਤੇ ਮਹਾਂ ਸਿੰਘ ਤੋਂ ਬਾਅਦ ਰਾਜਾ ਜੈ ਸਿੰਘ ਜਿਸ ਨੂੰ ਮਿਰਜ਼ਾ ਜੈ ਸਿੰਘ ਦੇ ਨਾਲ ਜਾਣਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਉਸ ਦਾ ਬੇਟਾ ਰਾਜਾ ਰਾਮ ਸਿੰਘ। ਸੋ ਇਹ ਇਹਨਾਂ ਦੀ ਕਹਿ ਸਕਦੇ ਹੋ ਕਿ ਜਿਹੜੀ ਵੰਸ਼ ਪਰੰਪਰਾ ਹੈ। ਜਿਹੜਾ ਮਿਰਜ਼ਾ ਜੈ ਸਿੰਘ ਹੈ ਇਹ ਔਰੰਗਜ਼ੇਬ ਦਾ ਮਨਸਬਦਾਰ ਸੀ। ਹੁਣ ਇਹਦੇ ਕੋਲ ਦੋ ਅਹੁਦੇ ਨੇ, ਇੱਕ ਤਾਂ ਇਹ ਆਪਣੀ ਅੰਬੇਰ ਦੀ ਜਿਹੜੀ ਰਾਜਪੂਤਾਨੀ ਦੀ ਰਿਆਸਤ ਹੈ ਉਸ ਦਾ ਮੁਖੀ ਹੈ ਤੇ ਉਹ ਰਿਆਸਤ ਦੇ ਵੱਲੋਂ ਜਿੱਥੇ ਇਹ ਔਰੰਗਜ਼ੇਬ ਦੇ ਅਧੀਨ ਹੈ ਉੱਥੇ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਵੀ ਇਸ ਕੋਲ ਅਹੁਦਾ ਹੈ। ਜੇਕਰ ਇਸ ਦੇ ਜੀਵਨ ਦੇ ਬਾਰੇ ਰਾਜਪੂਤਾਨੇ ਦੇ ਇਤਿਹਾਸ ਵਿੱਚ ਪੜ੍ਹੀਏ ਤਾਂ ਗਣਿਤ ਦੇ ਵਿੱਚ, ਭਾਸ਼ਾ ਵਿਗਿਆਨ ਦੇ ਵਿੱਚ, ਆਮ ਵਿਗਿਆਨ ਦੇ ਵਿੱਚ ਤੇ ਰਾਜਨੀਤੀ ਦੇ ਵਿੱਚ ਇਹ ਬਹੁਤ ਮਾਹਰ ਜਿਹੜਾ ਉਹ ਗਿਣਿਆ ਜਾਂਦਾ ਸੀ। ਇਸੇ ਕਰਕੇ ਤਕਰੀਬਨ ਇਸ ਦੀ ਜਿਹੜੀ ਗੱਲ ਹੈ ਉਹ ਬਾਦਸ਼ਾਹ ਔਰੰਗਜ਼ੇਬ ਮੰਨਿਆ ਕਰਦਾ ਸੀ। ਅਗਲੀ ਗੱਲ ਜਿਹੜੀ ਸਭ ਤੋਂ ਵੱਧ ਅਹਿਮ ਹੈ ਕਿ ਇਹ ਸ਼ੱਕੀ ਸੁਭਾਅ ਦਾ ਔਰ ਅਹੰਕਾਰੀ ਬਹੁਤ ਸੀ। ਸਰੋਤਾਂ ਦੇ ਵਿੱਚ ਜ਼ਿਕਰ ਮਿਲਦਾ ਹੈ ਸ਼ਰਾਬ ਪੀ ਲਿਆ ਕਰਦਾ ਸੀ। ਆਪਣੇ ਦੁਸ਼ਮਣ ਦੇ ਪ੍ਰਤੀ ਇਸ ਦੀ ਜਿਹੜੀ ਨੀਤੀ ਹੁੰਦੀ ਸੀ ਉਹ ਖਤਮ ਕਰਨ ਤੱਕ ਹੁੰਦੀ ਸੀ ਔਰ ਅਕਸਰ ਕੁਝ ਸਰੋਤਾਂ 'ਚ ਜ਼ਿਕਰ ਮਿਲਦਾ ਹੈ ਕਿ ਇਹ ਸ਼ਰਾਬ ਦੇ 2 ਪਿਆਲੇ ਭਰ ਲਿਆ ਕਰਦਾ ਸੀ ਤੇ ਇੱਕ ਪਿਆਲੇ ਨੂੰ ਦੂਜੇ ਨਾਲ ਟਕਰਾ ਕੇ ਤੋੜ ਕੇ ਇੱਕ ਆਪਣੇ ਆਪ ਦੇ ਰੂਪ 'ਚ ਇਹ ਪ੍ਰਗਟ ਕਰਦਾ ਸੀ ਕਿ ਮੈਂ ਆਪਣੇ ਦੁਸ਼ਮਣ ਨੂੰ ਖਤਮ ਕਰ ਦਿੱਤਾ ਹੈ। ਭਾਵ ਕਿ ਜਿਸ ਨੂੰ ਆਪਣੇ ਰਸਤੇ ਦੇ ਵਿੱਚੋਂ ਹਟਾਉਣਾ ਹੁੰਦਾ ਸੀ ਉਸ ਨੂੰ ਸੰਕੇਤ ਮਾਤਰ 2 ਸ਼ਰਾਬ ਦੇ ਪਿਆਲਿਆਂ ਦੇ ਨਾਲ ਇੱਕ ਨੂੰ ਤੋੜ ਕੇ ਇਹ
ਕਹਿੰਦਾ ਸੀ ਕਿ ਰਾਹ ਦਾ ਕੰਡਾ ਜਿਹੜਾ ਹੁਣ ਉਹ ਕੱਢ ਦਿੱਤਾ। ਸੋ ਕਹਿਣ ਤੋਂ ਭਾਵ ਸ਼ੰਕਾਵਾਦੀ ਵੀ ਸੀ, ਅਹੰਕਾਰੀ ਵੀ ਸੀ, ਤੇ ਆਪਣੇ ਵਿਰੁੱਧ ਹੋਣ ਵਾਲੀਆਂ ਜਿਹੜੀਆਂ ਰਾਜ ਦਰਬਾਰ ਦੇ ਵਿੱਚ ਸਾਜ਼ਿਸ਼ਾਂ ਹੁੰਦੀਆਂ ਨੇ ਉਹਦੇ ਪ੍ਰਤੀ ਪੂਰੀ ਤਰ੍ਹਾਂ ਜਾਗਰੂਕ ਵੀ ਸੀ। ਸੋ ਜਦੋਂ ਇਸ ਨੂੰ ਪਰਸਰਾਮ ਦਿੱਲੀ ਤੋਂ ਚੱਲਣ ਲੱਗਾ ਮਿਲਦਾ ਹੈ ਤਾਂ ਇਹ ਉਸ ਨੂੰ ਸਮਝਾਉਂਦਾ ਹੈ ਕਿ ਤੂੰ ਗੁਰੂ ਦਰਬਾਰ ਦੇ ਵਿੱਚ ਚੱਲਿਆ ਹੈ, ਉੱਥੇ ਅਦਬ ਦੇ ਨਾਲ, ਸਲੀਕੇ ਦੇ ਨਾਲ ਔਰੰਗਜ਼ੇਬ ਦੀ ਇਹ ਖੁਆਹਿਸ਼ ਦਰਬਾਰ ਦੇ ਵਿੱਚ ਰੱਖਣੀ ਹੈ ਕਿ ਦਿੱਲੀ ਦਾ ਬਾਦਸ਼ਾਹ ਔਰੰਗਜ਼ੇਬ ਤੁਹਾਨੂੰ ਮਿਲਣਾ ਚਾਹੁੰਦਾ ਹੈ। ਸੋ ਇਸ ਦੀ ਜਿਹੜੀ ਮੌਤ ਹੈ, ਜਿਸ ਦੀ ਅਸੀਂ ਮਿਰਜ਼ਾ ਜੈ ਸਿੰਘ ਦੀ ਗੱਲ ਕਰ ਰਹੇ ਹਾਂ, ਮਿਰਜ਼ਾ ਜੈ ਸਿੰਘ ਦੀ ਮੌਤ ਜਿਹੜੀ ਹੈ ਉਹ 1667 ਦੇ ਵਿੱਚ ਹੋ ਗਈ ਸੀ, ਗੁਰੂ ਸਾਹਿਬ ਦੇ ਜੋਤੀ ਜੋਤ ਸਮਾਉਣ ਤੋਂ 3 ਸਾਲ ਬਾਅਦ ਦੇ ਵਿੱਚ। ਔਰ ਇਹ ਵੀ ਮੰਨਿਆ ਜਾਂਦਾ ਹੈ ਕੁਝ ਸਰੋਤਾਂ ਦੇ ਵਿੱਚ ਕਿ ਇਸ ਦੀ ਮੌਤ ਕੁਦਰਤੀ ਨਹੀਂ ਸੀ, ਬਲਕਿ ਔਰੰਗਜ਼ੇਬ ਨੇ ਇਸ ਨੂੰ ਜ਼ਹਿਰ ਦਵਾ ਦਿੱਤਾ ਸੀ, ਜਿਸ ਕਰਕੇ ਇਸ ਦੀ ਮੌਤ ਹੋਈ। ਔਰ ਹੋ ਸਕਦਾ ਹੈ ਕਿ ਜ਼ਹਿਰ ਦਿੱਤੇ ਜਾਣ ਦਾ ਜਿਹੜਾ ਸਾਧਨ ਹੈ ਉਹ ਵੀ ਇਹਦੀ ਸ਼ਰਾਬ ਨੋਸ਼ੀ ਦੀ ਆਦਤ ਹੋਵੇ। ਇਸ ਦੀ ਸਿਆਣਪ ਦੇ ਸਦਕਾ ਹੀ ਬਾਦਸ਼ਾਹ ਔਰੰਗਜ਼ੇਬ ਨੇ ਦਿੱਲੀ ਦੇ ਵਿੱਚ ਸ਼ਿਵਾਜੀ ਮਰਾਠੇ ਨੂੰ ਕੈਦ ਕੀਤਾ ਸੀ, ਤੇ ਇਹਦੇ ਪੁੱਤ ਰਾਮ ਸਿੰਘ ਦੀ ਥੋੜੀ ਜੀ ਗਲਤੀ ਹੋਈ ਤੇ ਸ਼ਿਵਾਜੀ ਮਰਾਠਾ ਕੈਦ ਦੇ ਵਿੱਚੋਂ ਭੱਜ ਗਿਆ ਸੀ। ਸੋ ਔਰੰਗਜ਼ੇਬ ਸਮਝਦਾ ਸੀ ਕਿ ਇਹ ਜਿਹੜਾ ਰਾਮ ਸਿੰਘ ਹੈ ਇਹ ਇਸ ਗੱਲ ਦਾ ਦੋਸ਼ੀ ਹੈ ਕਿ ਸ਼ਿਵਾਜੀ ਮਰਾਠਾ ਇਸ ਦੀ ਕੈਦ ਦੇ ਵਿੱਚੋਂ ਭੱਜ ਗਿਆ। ਜਿੱਥੋਂ ਤੱਕ ਰਾਜਾ ਜੈ ਸਿੰਘ ਜਿਹੜਾ ਰਾਮ ਸਿੰਘ ਦਾ ਪਿਤਾ ਸੀ, ਇਹਦੇ ਸ਼ੰਕਾਵਾਦੀ ਸੁਭਾਅ ਦੀ ਗੱਲ ਕਰਦੇ ਆ ਤਾਂ ਇਸ ਨੇ ਗੁਰੂ ਸਾਹਿਬ ਦੀ ਵੀ ਦਿੱਲੀ ਬੁਲਾਉਣ ਤੋਂ ਬਾਅਦ ਪ੍ਰੀਖਿਆ ਲੈਣੀ ਚਾਹੀ। ਜਦੋਂ ਗੁਰੂ ਸਾਹਿਬ ਇਸ ਦੇ ਬੰਗਲੇ ਦੇ ਵਿੱਚ ਸ਼ਾਮਲ ਹੁੰਦੇ ਨੇ, ਬੰਗਲੇ ਦੇ ਵਿੱਚ ਗੁਰੂ ਸਾਹਿਬ ਜਦੋਂ ਜਾਂਦੇ ਨੇ ਤੇ ਉਸ ਵੇਲੇ ਬਾਲਾ ਪ੍ਰੀਤਮ ਸ੍ਰੀ ਹਰਕ੍ਰਿਸ਼ਨ ਸਾਹਿਬ ਦੇ ਸਾਹਮਣੇ ਇਸ ਨੇ ਆਪਣੇ ਹਰਮ ਦੇ ਵਿੱਚੋਂ ਕੁਝ ਕਨੀਜ ਔਰਤਾਂ, ਕੁਝ ਗੋਲੀਆਂ ਤੇ ਉਹਨਾਂ ਦੇ ਵਿੱਚ ਆਪਣੀ ਰਾਣੀ ਪੁਸ਼ਪਾਵਤੀ ਨੂੰ ਬਿਠਾ ਦਿੱਤਾ। ਕਾਹਦੇ ਵਾਸਤੇ? ਸੁਭਾਅ ਸ਼ੰਕਾਵਾਦੀ ਸੀ, ਗੁਰੂ ਸਾਹਿਬ ਦੀ ਪ੍ਰੀਖਿਆ ਲੈਣ ਦੇ ਵਾਸਤੇ। ਤੇ ਜਦੋਂ ਗੁਰੂ ਸਾਹਿਬ ਨੇ ਅਸਲੀ ਰਾਣੀ ਦੇ ਸਿਰ ਦੇ ਉੱਪਰ ਆਪਣੀ ਛੜੀ ਛੁਹਾਈ ਤੇ ਨਾਲ ਹੀ ਕਿਹਾ ਕਿ ਰਾਣੀ ਹੋ ਕੇ ਦਾਸੀਆਂ ਵਾਲੇ ਲਿਬਾਸ 'ਚ ਕਿਉਂ ਬੈਠੀ ਹੈ, ਜਿੱਥੇ ਉਹਦੇ ਅੱਖਾਂ ਦੇ ਵਿੱਚ ਹੰਝੂ ਆ ਗਏ, ਉੱਥੇ ਗੁਰੂ ਪਾਤਸ਼ਾਹ ਨੇ ਇੱਕ ਗੱਲ ਵੀ ਕਹੀ ਸੀ ਕਿ ਰਾਜਾ, ਮਨ ਦੇ ਵਿੱਚ ਅਹੰਕਾਰ ਤੇ ਸ਼ੱਕ ਬਹੁਤ ਹੈ ਤੇਰੇ। ਗੁਰਦੇਵ ਪਾਤਸ਼ਾਹ ਸ੍ਰੀ ਹਰਕ੍ਰਿਸ਼ਨ ਸਾਹਿਬ ਨੇ। ਸੋ ਮੇਰਾ ਕਹਿਣ ਤੋਂ ਭਾਵ ਸੀ ਕਿ ਜਿਹੜੀਆਂ ਗੱਲਾਂ ਇਤਿਹਾਸ ਦੇ ਵਿੱਚ ਇਸ ਰਾਜੇ ਦੇ ਬਾਰੇ ਸਾਨੂੰ ਲਿਖੀਆਂ ਮਿਲਦੀਆਂ ਨੇ ਕਿ ਸੁਭਾਅ ਦੇ ਪੱਖ ਤੋਂ ਕਾਫੀ ਸ਼ੱਕੀ ਸੀ, ਤਾਂ ਇਸ ਨੇ ਜਿਸ ਤਰ੍ਹਾਂ ਗੁਰੂ ਸਾਹਿਬ ਦੀ ਪ੍ਰੀਖਿਆ ਲੈਣੀ ਚਾਹੀ, ਉਸ ਤੋਂ ਪਤਾ ਲੱਗ ਵੀ ਜਾਂਦਾ ਹੈ ਕਿ ਇਹ ਕਾਫੀ ਸ਼ੱਕੀ ਸੁਭਾਅ ਦਾ ਸੀ। ਇਸ ਦੀ ਮੌਤ ਮੈਂ ਪਹਿਲਾਂ ਵੀ ਦੱਸ ਚੁੱਕਾ ਹਾਂ, 1667 ਈਸਵੀ ਦੇ ਵਿੱਚ ਇਸ ਦੀ ਮੌਤ ਹੋ ਗਈ। ਇਸ ਦੇ ਬੇਟੇ ਦੇ ਕੋਲੋਂ ਮਨਸਬਦਾਰੀ ਵਾਪਸ ਲੈ ਲਈ ਗਈ, ਪਰ ਰਾਜਸਥਾਨ ਅੰਬੇਰ ਰਿਆਸਤ ਦਾ ਜਿਹੜਾ ਰਾਜ ਹੈ ਉਹ ਇਹਨਾਂ ਦੇ ਕੋਲ ਸੀ। ਜਿਹੜੀ ਰਾਜ ਦਰਬਾਰ ਦੇ ਵੱਲੋਂ ਮਨਸਬਦਾਰੀ ਮਿਲੀ ਸੀ ਉਹ ਇਹਨਾਂ ਦੇ ਕੋਲੋਂ ਵਾਪਸ ਲੈ ਲਈ ਗਈ। ਹੁਣ ਜਿਹੜੀ ਗੱਲ ਮੈਂ ਪਿਛਲੇ ਵਿਖਿਆਨ ਦੇ ਵਿੱਚ ਵੀ ਸਾਂਝੀ ਕੀਤੀ ਸੀ ਨਾ, ਕਿ ਜਿਹੜੀ ਗੱਲ ਫਰਾਂਸੀਸੀ ਇਤਿਹਾਸਕਾਰ ਬਰਨੀਅਰ ਲਿਖਦਾ ਹੈ ਕਿ ਔਰੰਗਜ਼ੇਬ ਜਿਹੜਾ ਉਹ ਦਿਮਾਗੀ ਤੌਰ ਤੇ ਬਹੁਤ ਜ਼ਿਆਦਾ ਸ਼ਾਤਰ ਹੈ, ਬਹੁਤ ਜ਼ਿਆਦਾ ਤੇਜ਼ ਹੈ, ਉਸ ਨੂੰ ਕਹਿੰਦਾ ਸਮਝਣਾ ਇੰਨਾ ਆਸਾਨ ਨਹੀਂ। ਰਾਜਾ ਰਾਮ ਸਿੰਘ ਦੇ ਬਾਰੇ ਤੁਸੀਂ ਸੁਣਿਆ ਹੋਵੇਗਾ, ਉਹੀ ਜਿਸ ਨੂੰ ਅਸਾਮ ਮੁਹਿੰਮ ਦੇ ਉੱਪਰ ਭੇਜਿਆ ਗਿਆ ਸੀ ਤੇ ਜਿਸ ਦੀ ਮਦਦ ਦੇ ਉੱਪਰ ਜਾਂ ਜਿਸ ਦੀ ਬੇਨਤੀ ਦੇ ਉੱਪਰ ਗੁਰੂ ਤੇਗ ਬਹਾਦਰ ਸਾਹਿਬ ਉਸ ਇਲਾਕੇ ਦੇ ਵਿੱਚ ਗਏ ਸੀ। ਰਾਜਾ ਰਾਮ ਸਿੰਘ ਨੂੰ ਅਸਾਮ ਔਰੰਗਜ਼ੇਬ ਨੇ ਇਸ ਕਰਕੇ ਭੇਜਿਆ ਕਿ ਜੇਕਰ ਉਹ ਉਸ ਇਲਾਕੇ ਦੇ ਵਿੱਚ, ਪੂਰਬ ਦੇ ਇਲਾਕੇ ਦੇ ਵਿੱਚ ਫਤਿਹ ਪ੍ਰਾਪਤ ਕਰ ਲਵੇਗਾ ਤੇ ਅਸਾਮ ਦਾ ਇਲਾਕਾ ਉਸ ਦੇ ਹੱਥਾਂ ਦੇ ਵਿੱਚ ਆ ਜਾਵੇਗਾ, ਤੇ ਜੇਕਰ ਉਸ ਮੁਹਿੰਮ ਦੇ ਵਿੱਚ ਉਹ ਮਾਰਿਆ ਜਾਵੇਗਾ ਤੇ ਰਾਜਪੂਤਾਨੇ ਦਾ ਵਾਰਿਸ ਖਤਮ ਹੋ ਜਾਵੇਗਾ ਤੇ ਰਾਜਪੂਤਾਨੇ ਦੀ ਰਿਆਸਤ ਜਿਹੜੀ ਹੈ ਉਹ ਮੇਰੇ ਹੱਥਾਂ ਦੇ ਵਿੱਚ ਜਾਂ ਮੇਰੇ ਅਧਿਕਾਰ ਖੇਤਰ ਦੇ ਵਿੱਚ ਆ ਜਾਵੇਗੀ। ਸੋ ਇਹ ਸੀ ਮਿਰਜ਼ਾ ਜੈ ਸਿੰਘ, ਜਿਸ ਦੇ ਪਰਿਵਾਰ ਦੇ ਬਾਰੇ ਮੈਂ ਤੁਹਾਨੂੰ ਦੱਸ ਚੁੱਕਾ ਕਿ ਇਹਦਾ ਵਡੇਰਾ ਮਾਨ ਸਿੰਘ ਸੀ, ਮਾਨ ਸਿੰਘ ਦਾ ਪ੍ਰਤਾਪ ਸਿੰਘ, ਪ੍ਰਤਾਪ ਸਿੰਘ ਦਾ ਮਹਾਂ ਸਿੰਘ ਤੇ ਮਹਾਂ ਸਿੰਘ ਦਾ ਜੈ ਸਿੰਘ ਤੇ ਜੈ ਸਿੰਘ ਦਾ ਅੱਗੋਂ ਰਾਮ ਸਿੰਘ, ਜਿਸ ਨੂੰ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਹੁਣ ਗੱਲ ਕਰਦੇ ਹਾਂ, ਕਿਉਂਕਿ ਜਦੋਂ ਅਕਸਰ ਅਸੀਂ ਜੈਪੁਰ ਜਾਂਦੇ ਹਾਂ ਤਾਂ ਜੈਪੁਰ ਦੇ ਵਿੱਚ ਚਾਹੇ ਜੰਤਰ ਮੰਤਰ ਹੈ, ਚਾਹੇ ਦਿੱਲੀ ਦੇ ਵਿੱਚ ਬਣਿਆ ਹੋਇਆ ਜੰਤਰ ਮੰਤਰ ਹੈ, ਚਾਹੇ ਵਾਰਾਣਸੀ ਦਾ ਜੰਤਰ ਮੰਤਰ ਹੈ, ਇਹ ਜਿਹੜੇ ਨੇ ਇਹ ਸਵਾਈ ਜੈ ਸਿੰਘ ਦੇ ਵੱਲੋਂ ਬਣਾਏ ਗਏ ਨੇ। ਸਵਾਈ ਜੈ ਸਿੰਘ ਵੀ ਰਾਜਪੂਤਾਨੇ ਦੇ ਇਸੇ ਪਰਿਵਾਰ ਦੇ ਵਿੱਚੋਂ ਸੀ ਤੇ ਪਹਿਲਾ ਜਿਹੜਾ ਮਿਰਜ਼ਾ ਜੈ ਸਿੰਘ ਆ, ਰਿਸ਼ਤੇ ਦੇ ਵਿੱਚ ਇਹ ਉਸ ਦਾ ਪੜਪੋਤਰਾ ਲੱਗਦਾ ਸੀ।
ਔਰ ਇਸ ਦਾ ਜਨਮ ਮੈਂ ਪਹਿਲਾਂ ਵੀ ਦੱਸ ਚੁੱਕਾ ਕਿ 1679 ਦੇ ਵਿੱਚ ਹੋਇਆ। ਔਰ 1679 ਦੇ ਵਿੱਚ ਜਦੋਂ ਇਸ ਦਾ ਜਨਮ ਹੋਇਆ ਤੇ 1699 ਦੇ ਵਿੱਚ ਬਾਦਸ਼ਾਹ ਔਰੰਗਜ਼ੇਬ ਨੇ ਇਸ ਨੂੰ ਸਵਾਈ ਜੈ ਸਿੰਘ ਦਾ ਖਿਤਾਬ ਦਿੱਤਾ। ਉਹ ਖਿਤਾਬ ਇਸ ਕਰਕੇ ਦਿੱਤਾ ਕਿ ਤੁਸੀਂ ਇਸ ਦਾ ਬਣਾ ਜੈਪੁਰ ਦਾ ਕਿਲਾ, ਇਮਾਰਤਾਂ ਦੀ ਤਮੀਰ, ਜੰਤਰ ਮੰਤਰ, ਗਣਿਤ ਵਿੱਦਿਆ, ਉਸ ਤੋਂ ਇਲਾਵਾ ਜਿਹੜੀ ਕਹਿ ਸਕਦੇ ਹਾਂ ਖਗੋਲ ਦੀ, ਜਿਸ ਨੂੰ ਅਸੀਂ ਕਹਿ ਸਕਦੇ ਹਾਂ ਵਿੱਦਿਆ, ਉਹਦੇ ਵਿੱਚ ਇੰਨਾ ਮਾਹਰ ਹੋਣ ਕਰਕੇ, ਔਰ ਇਹ ਮਹਾਰਤ ਮਿਰਜ਼ਾ ਜੈ ਸਿੰਘ ਦੇ ਵਿੱਚ ਸੀ। ਜਦੋਂ ਅਸੀਂ ਕਹਿ ਦਿੰਦੇ ਹਾਂ ਕਿ ਫਲਾਣਾ ਸੇ ਤੇ ਉਹ ਸਵਾ ਸ਼ੇਰ, ਇਸ ਦਾ ਮਤਲਬ ਇਹ ਵੀ ਹੁੰਦਾ ਕਿ ਪਹਿਲੇ ਤੋਂ ਵੱਧ ਗੁਣ ਹੋਣੇ। ਤੇ ਜਿਸ ਵੇਲੇ ਬਾਦਸ਼ਾਹ ਔਰੰਗਜ਼ੇਬ ਨੇ ਵੇਖਿਆ ਕਿ ਇਸ ਵਾਲੇ ਜੈ ਸਿੰਘ ਦੇ ਵਿੱਚ, ਜਿਹੜਾ ਉਮਰ ਦੇ ਵਿੱਚ ਛੋਟਾ ਜਿਹਾ 20 ਸਾਲ ਹੈ, ਉਹਦੇ ਵਿੱਚ ਮਾਨਸਿਕ ਜਾਂ ਦਿਮਾਗੀ ਤੌਰ ਤੇ ਮਿਰਜ਼ਾ ਜੈ ਸਿੰਘ ਦੇ ਨਾਲੋਂ ਵਧੇਰੇ ਗੁਣ ਨੇ, ਤਾਂ ਉਸ ਨੇ ਸਵਾ ਸ਼ੇਰ, ਉਸ ਨੂੰ ਸਵਾਈ ਜੈ ਸਿੰਘ ਦਾ ਜਿਹੜਾ ਸੀ ਖਿਤਾਬ ਦੇ ਦਿੱਤਾ। ਸੋ ਇਹ ਜਿਹੜਾ ਜੈਪੁਰ ਦੇ ਵਿੱਚ ਕਿਲਿਆਂ ਨੂੰ ਤਾਮੀਰ ਕਰਾਉਣ ਵਾਲਾ, ਜਿਸ ਦੀ ਵੰਸ਼ ਪਰੰਪਰਾ ਉੱਥੇ ਵਸਦੀ ਹੈ, ਜਿਸ ਨੇ ਜੈਪੁਰ, ਦਿੱਲੀ ਤੇ ਵਾਰਾਣਸੀ ਦੇ ਵਿੱਚ ਜੰਤਰ ਮੰਤਰ, ਖਗੋਲ ਵਿਗਿਆਨ ਜਾਂ ਕਹਿ ਸਕਦੇ ਹੋ ਕਿ ਕੈਲੰਡਰ ਦੇ ਹਿਸਾਬ ਦੇ ਨਾਲ ਜਿਹੜਾ ਘੜੀਆਂ, ਪਲ, ਤਿੱਥੀ, ਪਹਿਰ, ਇਸ ਹਿਸਾਬ ਦੇ ਨਾਲ ਜਿਹੜੀਆਂ ਉਹ ਖਾਸ ਇਮਾਰਤਾਂ ਦੀ ਤਾਮੀਰ ਕਰਾਈ, ਉਹ ਸਵਾਈ ਜੈ ਸਿੰਘ ਨੇ ਕਰਾਈ ਸੀ। ਸੋ ਅੱਜ ਦਾ ਆਪ ਨੂੰ ਦੱਸਣ ਦਾ ਮਤਲਬ ਇਹ ਸੀ ਕਿ ਮਿਰਜ਼ਾ ਜੈ ਸਿੰਘ ਤੇ ਸਵਾਈ ਜੈ ਸਿੰਘ ਦੋ ਨੇ। ਮਿਰਜ਼ਾ ਜੈ ਸਿੰਘ ਗੁਰੂ ਘਰ ਦਾ ਪੂਰਾ ਸ਼ਰਧਾਲੂ ਸੀ ਤੇ ਉਹਦੇ ਵਿੱਚ ਬਾਅਦ ਦੇ ਵਿੱਚ ਜਿਹੜਾ ਹੋਇਆ ਸਵਾਈ ਜੈ ਸਿੰਘ, ਇਹ ਸਵਾਈ ਜੈ ਸਿੰਘ ਉਹੀ ਹੈ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਦਾ ਕਾਫੀ ਇਲਾਕਾ ਫਤਿਹ ਕਰ ਲਿਆ ਤਾਂ ਇਸ ਜੈਪੁਰ ਦੇ ਜੈ ਸਿੰਘ ਵੱਲ ਇੱਕ ਚਿੱਠੀ ਲਿਖੀ ਸੀ। 2 ਆਪਣੇ ਸਿੱਖ ਦੂਤ ਭੇਜੇ ਸਨ ਕਿ ਅਸੀਂ, ਜੇਕਰ ਤੁਸੀਂ ਰਾਜਪੁਤਾਨੇ ਦੇ ਅਲੋਕ ਸਾਥ ਦੇਵੋ ਤਾਂ ਅਸੀਂ ਦਿੱਲੀ ਹਕੂਮਤ ਦੀਆਂ ਪੂਰੇ ਇਸ ਦੇਸ਼ ਦੇ ਵਿੱਚੋਂ ਜੜ੍ਹਾਂ ਪੁੱਟ ਸਕਦੇ ਹਾਂ। ਤਾਂ ਇਸ ਸਵਾਈ ਜੈ ਸਿੰਘ ਨੇ, ਜਿੱਥੇ ਉਹਨਾਂ ਦੋਹਾਂ ਦੂਤਾਂ ਨੂੰ, ਬੰਦਾ ਸਿੰਘ ਬਹਾਦਰ ਦੇ ਭੇਜਿਆਂ ਨੂੰ ਗ੍ਰਿਫਤਾਰ ਕੀਤਾ, ਕਤਲ ਕੀਤਾ, ਤੇ ਜਿਹੜੀ ਚਿੱਠੀ ਬੰਦਾ ਸਿੰਘ ਬਹਾਦਰ ਨੇ ਭੇਜੀ ਸੀ ਉਹ ਦੁਬਾਰਾ ਫਰਕਸੀਰ ਤੱਕ ਪਹੁੰਚਾ ਦਿੱਤੀ ਕਿ ਮੈਨੂੰ ਆਹ ਪੇਸ਼ਕਸ਼ ਜਿਹੜੀ ਹੈ ਉਹ ਸਿੱਖਾਂ ਦੇ ਆਗੂ ਦੇ ਵੱਲੋਂ ਕੀਤੀ ਜਾ ਰਹੀ ਹੈ। ਸੋ ਇਹ 2 ਜਿਹੜੇ ਜੈ ਸਿੰਘ ਹੋਏ ਨੇ, ਮੈਂ ਉਹਨਾਂ ਦੇ ਬਾਰੇ ਤੁਹਾਡੇ ਨਾਲ ਵਿਚਾਰ ਸਾਂਝੀ ਕੀਤੀ ਹੈ। ਸੋ ਅਗਲੇ ਸਮੇਂ ਦੇ ਵਿੱਚ ਜਾਂ ਅਗਲੇ ਪ੍ਰਕਰਣ ਦੇ ਵਿੱਚ ਅਸੀਂ ਇਸ ਗੱਲ ਨੂੰ ਸਾਂਝੀ ਕਰਾਂਗੇ ਕਿ ਪਰਸਰਾਮ ਔਰੰਗਜ਼ੇਬ ਦੇ ਹੁਕਮ ਦੇ ਉੱਪਰ ਕੀਰਤਪੁਰ ਚੱਲ ਪਿਆ ਹੈ ਤੇ ਕੀਰਤਪੁਰ ਦੇ ਵਿੱਚ ਗੁਰੂ ਸਾਹਿਬ ਮਹਾਰਾਜ ਦਾ ਨਿਤਾ ਕਰਮ ਜਿਹੜਾ ਉਹ ਕਿਵੇਂ ਦਾ ਹੈ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ, ਫਤਿਹ ਦੀ ਸਾਂਝ, ਪਿਆਰ ਸਹਿਤ ਆਖਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।